ਮਸਤਕ ਲੱਗੇ ਸਾਦਰੇ ਨ ਵਡ ਭਾਗ ਜਿਨ੍ਹਾਂ ਦੇ। ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰਸੰਗ ਹੈ ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲਿਆਂ ਦਾ ਸੰਖੇਪ ਜੀਵਨ। ਜਨਮ ਸੱਚਖੰਡ ਵਾਸੀ ਬ੍ਰਹਮ ਗਿਆਨੀ, ਗੁਰਮਤਿ ਮਰਿਆਦਾ ਦੇ ਪੂਰਨ ਧਾਰਨੀ, ਵਿਦਿਆ ਵਿੱਚ ਨਿਪੁੰਨ ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲਿਆਂ ਦਾ ਪਵਿੱਤਰ ਜਨਮ ਪਿੰਡ ਬੋਹਤ, ਜ਼ਿਲ੍ਹਾ ਗੁਜਰਾਤ, ਪਾਕਿਸਤਾਨ ਵਿਖੇ ਸਹਿਜਧਾਰੀ ਸਿੱਖ, ਗੁਰਬਾਣੀ ਦੇ ਪ੍ਰੇਮੀ, ਅਰੋੜ ਵੰਸ਼ੀ ਪਿਤਾ ਲਾਲ ਦੇਵ ਜੀ ਦੇ ਘਰ ਮਾਤਾ ਰਤਨਾ ਦੇਵੀ ਦੀ ਸ੍ਰੇਸ਼ਟ ਕੁੱਖੋਂ 1909 ਵਿਕਰਮੀ ਚੇਤਰ ਦੀ ਸੰਗਰਾਂਦ ਦਿਨ ਐਤਵਾਰ ਨੂੰ ਅੱਧੀ ਰਾਤ ਤੋਂ ਪਿੱਛੋਂ ਹੋਇਆ। ਆਪ ਜੀ ਦਾ ਇਸ਼ਨਾਨ ਕਰਵਾ ਕੇ ਗੁਰਦੁਆਰੇ ਸਾਹਿਬ ਲਿਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਲਿਟਾ ਦਿੱਤਾ ਗਿਆ। ਗ੍ਰੰਥੀ ਸਿੰਘਾਂ ਨੇ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਕੜਾਹ ਪ੍ਰਸ਼ਾਦ ਵਰਤਾਇਆ, ਬੱਚੇ ਦੇ ਮੁਖ ਵਿੱਚ ਅੰਮ੍ਰਿਤ ਪਾਇਆ ਅਤੇ ਸਤਿਗੁਰਾਂ ਦੇ ਹੁਕਮ ਅਨੁਸਾਰ ਆਪ ਜੀ ਦਾ ਨਾਮ ਬਿਸ਼ਨ ਸਿੰਘ ਰੱਖਿਆ। ਆਪ ਜੀ ਬਚਪਨ ਤੋਂ ਹੀ ਬੜੇ ਹੋਣਹਾਰ ਸਨ। ਬਚਪਨ ਤੇ ਤੀਰਥ ਯਾਤਰਾ। ਪਿਤਾ ਜੀ ਨੇ ਬੱਕਰੀਆਂ ਖਰੀਦ ਕੇ ਆਪ ਜੀ ਨੂੰ ਚਾਰਨ ਲਈ ਦਿੱਤੀਆਂ। ਹੁਕਮ ਮੰਨ ਕੇ 11 ਸਾਲ ਦੀ ਉਮਰ ਤੱਕ ਬੱਕਰੀਆਂ ਚਾਰਦੇ ਰਹੇ, ਪਰ ਮਨ ਸੰਸਾਰੀ ਕਾਰ ਵਿਹਾਰਾਂ ਵਿੱਚ ਨਾ ਲੱਗਿਆ। ਮਨ ਵਿੱਚ ਵੈਰਾਗ ਸੀ। ਸੰਤਾਂ ਮਹਾਤਮਾ ਦੀ ਸੰਗਤ ਕਰਕੇ ਗੁਰਮੁਖੀ ਦੇ ਅੱਖਰ ਸਿੱਖੇ ਤੇ ਜਪਜੀ ਸਾਹਿਬ ਕੰਠ ਕੀਤਾ। ਗੁਜਰਾਤ ਦੁਸਹਿਰੇ ਦੇ ਮੇਲੇ ਤੇ ਜਾਣ ਲਈ ਪਿਤਾ ਜੀ ਤੋਂ ਆਗਿਆ ਲਈ। ਉਦੋਂ ਆਪ 13 ਸਾਲਾਂ ਦੇ ਸਨ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਤਰਨਤਾਰਨ ਸਾਹਿਬ, ਗੰਗਾ, ਪ੍ਰਯਾਗਰਾਜ, ਬਦਰੀਨਾਥ, ਦੇਹਰਾਦੂਨ, ਰਾਮੇਸ਼ਵਰ, ਮਥੁਰਾ, ਅਯੋਧਿਆ, ਨਨਕਾਣਾ ਸਾਹਿਬ, ਡੇਰਾ ਸਾਹਿਬ ਲਾਹੌਰ, ਕਰਤਾਰਪੁਰ ਸਾਹਿਬ, ਕੀਰਤਪੁਰ ਸਾਹਿਬ ਆਦਿ ਤੀਰਥਾਂ ਤੇ ਗੁਰਧਾਮਾਂ ਦੀ ਯਾਤਰਾ ਕੀਤੀ। ਅੱਗੇ ਅੰਮ੍ਰਿਤ ਛਕਣਾ ਅਤੇ ਵਿੱਦਿਆ ਪੜ੍ਹਨੀ। 21 ਸਾਲ ਦੀ ਉਮਰ ਵਿੱਚ ਅੰਮ੍ਰਿਤਸਰ ਸਾਹਿਬ ਗਏ। ਅੰਮ੍ਰਿਤਧਾਰੀ ਸਿੰਘਾਂ ਨੂੰ ਵੇਖ ਕੇ ਮਨ ਵਿੱਚ ਚਾਅ ਉੱਠਿਆ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜਾਂ ਪਿਆਰਿਆਂ ਬਾਬਾ ਹਰਨਾਮ ਸਿੰਘ ਜੀ ਬੇਦੀ, ਭਾਈ ਸਾਧੂ ਸਿੰਘ ਜੀ, ਭਾਈ ਤਾਰਾ ਸਿੰਘ ਜੀ, ਸੰਤ ਅਮੀਰ ਸਿੰਘ ਜੀ ਮੁਰਾਲੇ ਵਾਲੇ, ਗਿਆਨੀ ਬਖਸ਼ੀਸ਼ ਸਿੰਘ ਜੀ ਅਤੇ ਗ੍ਰੰਥੀ ਸੰਪੂਰਨ ਸਿੰਘ ਜੀ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਕੇ ਰਹਿਤ ਵਿੱਚ ਤਿਆਰ ਹੋਏ। ਗੁਰਬਾਣੀ ਪੜ੍ਹਦੇ, ਸ਼ਬਦ ਵਿੱਚ ਸੁਰਤ ਜੋੜਦੇ, ਗੁਰਮੰਤਰ ਮੂਲ ਮੰਤਰ ਦਾ ਜਾਪ ਕਰਦੇ। ਪੰਡਤ ਤਾਰਾ ਸਿੰਘ ਜੀ ਅਤੇ ਪੰਡਤ ਸਾਧੂ ਸਿੰਘ ਜੀ ਤੋਂ ਯੋਗ ਮਤ, ਪੁਰਾਣ, ਸਿਮਰਤੀਆਂ, ਵਿਆਕਰਣ ਆਦਿ ਕਈ ਗ੍ਰੰਥ 9 ਸਾਲਾਂ ਵਿੱਚ ਪੜ੍ਹੇ ਤੇ ਵਿਚਾਰੇ। ਅੱਗੇ ਸੰਤ ਹਰਨਾਮ ਸਿੰਘ ਜੀ ਬੇਦੀ ਪਾਸੋਂ ਵਿੱਦਿਆ ਪੜ੍ਹਨੀ। ਫਿਰ ਬ੍ਰਹਮ ਗਿਆਨੀ, ਬ੍ਰਹਮ ਵਿੱਦਿਆ ਵਿੱਚ ਪੂਰਨ, ਰਹਿਤ ਵਿੱਚ ਤਿਆਰ ਸੰਤ ਹਰਨਾਮ ਸਿੰਘ ਜੀ ਬੇਦੀ ਪਾਸ ਪਹੁੰਚੇ। ਆਪ ਜੀ ਮਹਾਂਪੁਰਖਾਂ ਦੀ ਸੇਵਾ ਕਰਦੇ। ਉੱਥੇ ਰਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਦਸਮ ਸ੍ਰੀ ਗ੍ਰੰਥ ਸਾਹਿਬ ਜੀ ਦੀ ਸੰਥਿਆ ਕੀਤੀ ਅਤੇ ਅਰਥ ਪੜ੍ਹੇ। ਇਸ ਤੋਂ ਛੁੱਟ ਸ੍ਰੀ ਨਾਨਕ ਪ੍ਰਕਾਸ਼, ਗੁਰਪ੍ਰਤਾਪ ਸੂਰਜ ਗ੍ਰੰਥ ਅਤੇ ਗੁਰ ਇਤਿਹਾਸ ਆਦਿ ਪੜ੍ਹੇ ਤੇ ਵਿਚਾਰੇ। ਸੰਤ ਹਰਨਾਮ ਸਿੰਘ ਜੀ ਦੀ ਬਖਸ਼ਿਸ਼ ਦੁਆਰਾ ਆਪ ਜੀ ਨੇ ਅੱਗੋਂ ਕਥਾ ਕਰਨ ਤੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਸੇਵਾ ਸੰਭਾਲੀ। ਮਹਾਂਪੁਰਖਾਂ ਦੀ ਆਗਿਆ ਲੈ ਕੇ ਅੰਮ੍ਰਿਤਸਰ ਸਾਹਿਬ ਇਸ਼ਨਾਨ ਕੀਤਾ ਅਤੇ ਭਾਰਤ ਭਰ ਦੇ ਗੁਰਧਾਮਾਂ ਤੇ ਤੀਰਥਾਂ ਦੀ ਯਾਤਰਾ ਕੀਤੀ।
ਫਿਰ ਗੁਜਰਾਤ ਵਿੱਚ ਆ ਕੇ ਕਥਾ ਕੀਰਤਨ ਸਿਮਰਨ ਭਜਨ ਕਰਦੇ ਰਹੇ। ਗੁਜਰਾਤ ਦੇ ਨਾਲ ਹੀ ਝਣਾ ਦਰਿਆ ਦੇ ਕੰਢੇ ਚੁਪਾਲੇ ਪਿੰਡ ਵਿਖੇ ਆ ਕੇ ਕਥਾ ਕੀਰਤਨ ਦਾ ਪ੍ਰਵਾਹ ਚਲਾਇਆ। ਸੰਗਤਾਂ ਬਹੁਤ ਗਿਣਤੀ ਵਿੱਚ ਕਥਾ ਸੁਣਨ ਆਉਂਦੀਆਂ। ਗੁਰ ਕਾ ਲੰਗਰ ਅਤੁੱਟ ਵਰਤਦਾ। ਜੀਵਨ ਮੁਕਤੀ ਦਾ ਆਨੰਦ ਆਪ ਜੀ ਨੇ ਮਾਣਿਆ। ਕਦੇ ਵੀ ਸੁਰਤ ਨੂੰ ਸ਼ਬਦ ਵਿੱਚੋਂ ਟੁੱਟਣ ਨਹੀਂ ਸਨ ਦਿੰਦੇ। ਪੰਜਾਂ ਕਕਾਰਾਂ ਦੀ ਰਹਿਤ ਵਿੱਚ ਕੱਟੜ ਪੁਣੇ ਨਾਲ ਦ੍ਰਿੜ ਸਨ। ਕੁਰੈਤਾਂ ਵਿਕਾਰਾਂ ਤੋਂ ਸਦਾ ਬਚੇ ਹੋਏ ਸਨ। ਪ੍ਰਤੱਖ ਤਾਂ ਕੀ, ਕਦੇ ਮਾੜਾ ਸੰਕਲਪ ਆਪ ਜੀ ਨੂੰ ਸੁਪਨੇ ਮਾਤਰ ਵਈ ਨਹੀਂ ਸੀ ਫੁਰਿਆ। ਜੀਵਨ ਦੀ ਪਰਖ। ਸੰਤ ਜੀ ਚੁਪਾਲੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਦੇ ਕਥਾ ਵਾਰਤਾ ਕਰਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਇੱਕ ਰਾਤ ਸੰਤ ਜੀ ਮਹਾਰਾਜ ਆਪਣੇ ਆਸਣ ਤੇ ਬਿਰਾਜੇ ਹੋਏ ਸਨ। ਉਸ ਪਿੰਡ ਦੇ ਸੇਠ ਨੇ ਮਹਾਂਪੁਰਖਾਂ ਦੇ ਜੀਵਨ ਦੀ ਪ੍ਰੀਖਿਆ ਕਰਨ ਵਾਸਤੇ ਅੱਧੀ ਰਾਤ ਨੂੰ ਆਪਣੀ ਨੂੰਹ ਨੂੰ ਨਾਲ ਲੈ ਕੇ ਦੁੱਧ ਦਾ ਗੜਵਾ ਉਸ ਦੇ ਹੱਥ ਦੇ ਕੇ ਸੰਤਾਂ ਦੇ ਦਰਵਾਜ਼ੇ ਕੋਲ ਆ ਗਿਆ। ਆਪ ਬਾਹਰ ਖਲੋ ਕੇ ਆਪਣੀ ਨੂੰਹ ਸੰਤਾਂ ਦੇ ਪਾਸ ਭੇਜੀ। ਸੰਤ ਜੀ ਚੁਬਾਰੇ ਵਿੱਚ ਸੁੱਤੇ ਪਏ ਸਨ। ਹਾਰ ਸ਼ਿੰਗਾਰ ਸਹਿਤ ਸਜੀ ਹੋਈ ਨਾਰੀ ਨੇ ਸੰਤਾਂ ਨੂੰ ਆਵਾਜ਼ ਦਿੱਤੀ, ਸੰਤ ਜੀ ਦਰਵਾਜ਼ਾ ਖੋਲ੍ਹ ਕੇ ਦੁੱਧ ਪੀਓ ਤੇ ਮੈਨੂੰ ਆਪਣੇ ਚਰਨਾਂ ਦੀ ਛੋਹ ਬਖਸ਼ ਕੇ ਮੇਰਾ ਤਨ ਸਫਲਾ ਕਰੋ। ਸੰਤਾਂ ਨੇ ਕਿਹਾ, ਤੂੰ ਕੌਣ ਹੈ? ਅੱਧੀ ਰਾਤ ਸਾਨੂੰ ਦੁੱਧ ਛਕਾਉਣ ਵਾਲੀ। ਤਾਂ ਅੱਗੋਂ ਕਹਿੰਦੀ, ਜੀ ਤੁਹਾਡੀ ਦਾਸੀ ਹਾਂ। ਸੰਤਾਂ ਨੇ ਕਿਹਾ, ਝੂਠ ਬੋਲ ਕੇ ਦੁੱਧ ਦੇ ਬਹਾਨੇ ਆਪਣੀ ਕੁੱਲ ਨਾਸ ਕਰਾਉਣਾ ਚਾਹੁੰਦੀ ਹੈ? ਜਾ ਚਲੀ ਜਾ, ਤੂੰ ਸਾਡੇ ਕੀ ਲੱਗਦੀ ਹੈ? ਅਸੀਂ ਤੇਰੀ ਸ਼ਕਲ ਨੂੰ ਦੇਖਣਾ ਤੱਕ ਨਹੀਂ ਚਾਹੁੰਦੇ। ਜੇ ਤੂੰ ਆਪ ਨਾ ਗਈ ਤਾਂ ਜੁੱਤੀਆਂ ਮਾਰ ਕੇ ਕੱਢਾਂਗੇ। ਜੇਕਰ ਆਪਣਾ ਭਲਾ ਚਾਹੁੰਦੀ ਹੈ ਤਾਂ ਤੁਰੰਤ ਮੁੜ ਜਾ। ਕਿਉਂ ਸਾਡੇ ਦਰਵਾਜ਼ੇ ਅੱਗੇ ਖੜੀ ਹੈ? ਇਤਨਾ ਕਹਿਣ ਤੋਂ ਵੀ ਜਦੋਂ ਨਾ ਗਈ ਤਾਂ ਸੰਤਾਂ ਨੇ ਖੜਾਵਾਂ ਦਾ ਖੜਕਾ ਕੀਤਾ। ਜਾਣੋ ਉਸ ਦੇ ਮਾਰਨ ਲੱਗੇ ਹਨ। ਤਾਂ ਡਰਦੀ ਹੋਈ ਦੁੱਧ ਡੋਲ ਕੇ ਚੁੱਪ ਕੀਤੀ, ਭੱਜ ਨਿਕਲੀ। ਜਾ ਕੇ ਆਪਣੇ ਸਹੁਰੇ ਨੂੰ ਕਹਿਣ ਲੱਗੀ, ਮੈਂ ਹਾਵ ਭਾਵ ਕਰਕੇ ਉਹਨਾਂ ਨੂੰ ਮੋਹਿਤ ਕਰਨ ਦਾ ਬਥੇਰਾ ਯਤਨ ਕੀਤਾ ਹੈ, ਪਰ ਉਹ ਕਿਸੇ ਤਰ੍ਹਾਂ ਰਤਾ ਭਰ ਵੀ ਮੇਰੇ ਤੇ ਮੋਹਿਤ ਨਹੀਂ ਹੋਏ, ਸਗੋਂ ਮੈਨੂੰ ਮਾਰ ਕੁੱਟਣ ਲਈ ਤਿਆਰ ਹੋ ਪਏ। ਮੈਂ ਮਸਾਂ ਆਪਣੀ ਜਾਨ ਬਚਾ ਕੇ ਭੱਜ ਆਈ ਹਾਂ। ਇਸ ਘਟਨਾ ਤੋਂ ਦੁਖੀ ਹੋ ਕੇ ਸੰਤ ਜੀ ਬਾਹਰ ਝਨਾ ਦਰਿਆ ਦੇ ਕਿਨਾਰੇ ਤੇ ਜਾ ਬਿਰਾਜੇ। ਸੰਗਤਾਂ ਦਿਨ ਚੜ੍ਹਦੇ ਤੱਕ ਸਾਰੇ ਢੂੰਡ ਥਕੀਆਂ, ਪਰ ਸੰਤ ਜੀ ਨਾ ਮਿਲੇ। ਅਖੀਰ ਨਦੀ ਦੇ ਕਿਨਾਰੇ ਬੈਠੇ ਦੇਖ ਕੇ ਸੰਗਤਾਂ ਨੇ ਪ੍ਰੇਮ ਨਾਲ ਸੰਤਾਂ ਨੂੰ ਨਮਸਕਾਰ ਕੀਤੀ। ਸੰਤਾਂ ਨੇ ਰਾਤ ਦੀ ਸਾਰੀ ਵਿਥਿਆ ਸੰਗਤਾਂ ਨੂੰ ਦੁਖੀ ਹਿਰਦੇ ਨਾਲ ਦੱਸਦਿਆਂ ਕਿਹਾ ਕਿ ਅਸੀਂ ਤੁਹਾਡੇ ਪਿੰਡ, ਜਿੱਥੇ ਕਿ ਬੇਸ਼ਰਮ ਸੇਠ ਭਲੇ ਮਾਨਸਾਂ ਦੀ ਇੱਜ਼ਤ ਲਾਉਂਦੇ ਹਨ, ਬਿਲਕੁਲ ਨਹੀਂ ਰਹਿਣਾ ਚਾਹੁੰਦੇ। ਸੰਗਤਾਂ ਨੇ ਬੜਾ ਪਛਤਾਪ ਕੀਤਾ ਕਿ ਮੂਰਖ ਸੇਠ ਨੇ ਮਾੜੀ ਕੀਤੀ ਹੈ। ਅਸੀਂ ਸਾਰੇ ਨਗਰ ਨਿਵਾਸੀ ਆਪ ਜੀ ਦੇ ਹਰ ਤਰ੍ਹਾਂ ਆਗਿਆਕਾਰੀ ਹਾਂ। ਮਿਹਰ ਕਰਕੇ ਸਾਨੂੰ ਬਖਸ਼ ਲਵੋ ਤੇ ਗੁਰਦੁਆਰਾ ਸਾਹਿਬ ਵਿਖੇ ਚੱਲ ਕੇ ਕਥਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰੋ। ਸੰਤ ਜੀ ਸੰਗਤਾਂ ਦਾ ਹੁਕਮ ਮੰਨ ਕੇ ਤੁਰ ਪਏ। ਸੇਠ ਨੇ ਆ ਕੇ ਸੰਤਾਂ ਪਾਸੋਂ ਭੁੱਲ ਬਖਸ਼ਾਉਣੀ ਚਾਹੀ ਤਾਂ ਆਪ ਜੀ ਨੇ ਸੰਗਤ ਦੇ ਸਪੁਰਦ ਕਰ ਦਿੱਤਾ ਅਤੇ ਸੰਗਤਾਂ ਨੇ ਸੇਠ ਪਾਸੋਂ ਤਨਖਾਹ ਵਜੋਂ ਗੁਰਦੁਆਰਾ ਸਾਹਿਬ ਵਿਖੇ ਖੂਹ ਬਣਵਾ ਕੇ ਟੂਟੀਆਂ ਲਵਾਈਆਂ। ਫਿਰ ਸੇਠ ਨੇ ਸਮੇਤ ਪਰਿਵਾਰ ਦੇ 5 ਪਿਆਰਿਆਂ ਪਾਸੋਂ ਅੰਮ੍ਰਿਤਪਾਨ ਕੀਤਾ। ਹੁਣ ਮੁਰਾਲੇ ਆਉਣਾ। ਸੰਤ ਅਮੀਰ ਸਿੰਘ ਜੀ ਨਿਹੰਗ ਸਿੰਘ ਦੇ ਸਰੀਰ ਤਿਆਗਣ ਤੋਂ, ਮੁਰਾਲੇ ਪਿੰਡ ਦੀ ਸੰਗਤ ਦੇ ਬੇਨਤੀ ਕਰਨ ਤੋਂ
ਆਪ ਪੱਕੇ ਤੌਰ ਤੇ ਮੁਰਾਲੇ ਪਿੰਡ ਦੇ ਗੁਰਦੁਆਰਾ ਸਾਹਿਬ ਆ ਗਏ, ਜੋ ਕਿ ਤਹਿਸੀਲ ਖਾਰੀਆਂ, ਜ਼ਿਲ੍ਹਾ ਗੁਜਰਾਤ, ਪਾਕਿਸਤਾਨ ਵਿੱਚ ਹੈ। ਇੱਥੇ ਰਹਿ ਕੇ ਕਥਾ ਕੀਰਤਨ ਤੇ ਵਿਦਿਆਰਥੀਆਂ ਨੂੰ ਗੁਰਬਾਣੀ ਦੇ ਅਰਥ ਪੜ੍ਹਾਉਣ ਦੀ ਟਕਸਾਲ ਚਲਾਈ। ਮਹਾਂਪੁਰਖਾਂ ਦੇ ਪਾਸ ਤਕਰੀਬਨ 200 ਵਿਦਿਆਰਥੀ ਰਹਿ ਕੇ ਪੜ੍ਹਿਆ ਕਰਦੇ। ਲੰਗਰ ਦਾ ਬੜਾ ਹੀ ਸੋਹਣਾ ਪ੍ਰਬੰਧ ਸੀ। ਕਿਸੇ ਸਮੇਂ ਕੋਈ ਵੀ ਆਵੇ, ਹਰ ਸਮੇਂ ਲੰਗਰ ਤਿਆਰ ਹੀ ਮਿਲਦਾ। ਪ੍ਰਸ਼ਾਦੇ ਬਹੁਤ ਸਨਿਗਧ ਚੋਪੜੇ ਜਾਂਦੇ, ਸਗੋਂ ਤੰਦੂਰ ਦੇ ਪ੍ਰਸ਼ਾਦਿਆਂ ਵਿੱਚ ਚੋਂਗੇ ਕੱਢ ਕੇ ਬਹੁਤਾ ਘਿਓ ਪਾ ਕੇ ਛਕਾਇਆ ਜਾਂਦਾ। ਆਪ ਜੀ ਅੰਮ੍ਰਿਤ ਵੇਲੇ ਇੱਕ ਸਮੇਂ ਹੀ ਬਹੁ ਫੁਟਾਲੇ ਤੋਂ ਲੈ ਕੇ ਹਰ ਰੋਜ਼ 2 ਘੰਟੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕਰਿਆ ਕਰਦੇ। ਫਿਰ ਵਿਦਿਆਰਥੀਆਂ ਤੋਂ ਦੂਰ ਨਿਰਲੇਪ ਸਿਮਰਨ ਭਜਨ ਵਿੱਚ ਜੁੜੇ ਰਹਿੰਦੇ। ਹੋਰ ਕਿਸੇ ਵਿਹਾਰ ਵਿੱਚ ਬਹੁਤ ਘੱਟ ਪੈਂਦੇ। ਸਿਮਰਨ ਭਜਨ ਦੇ ਨਾਲ ਨਾਲ ਬਾਬਾ ਬਿਸ਼ਨ ਸਿੰਘ ਜੀ ਨੂੰ ਹੱਥੀਂ ਸੇਵਾ ਕਰਨ ਦਾ ਬੜਾ ਚਾਅ ਤੇ ਉਤਸ਼ਾਹ ਸੀ। ਵਾਹਿਗੁਰੂ ਨੇ ਆਪ ਜੀ ਨੂੰ ਐਸਾ ਉਦਮ ਬਖਸ਼ਿਆ ਹੋਇਆ ਸੀ ਕਿ ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਸਭ ਤੋਂ ਪਹਿਲਾਂ ਆਪ ਨੇ ਇਸ਼ਨਾਨ ਕਰਨਾ। ਫਿਰ ਗੁਰਬਾਣੀ ਪੜ੍ਹਦਿਆਂ ਹੋਇਆਂ 150 ਗਾਗਰ ਜਲ ਦੇ ਖੂਹ ਵਿੱਚੋਂ ਕੱਢ ਕੇ ਹੋਦੀਆਂ, ਟੂਟੀਆਂ ਹੋਰ ਸੰਗਤ ਦੇ ਇਸ਼ਨਾਨ ਵਾਸਤੇ ਭਰਨੀਆਂ। ਫਿਰ ਆਪ ਗੁਰਦੁਆਰਾ ਸਾਹਿਬ ਝਾੜੂ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਦੇ। ਹਰ ਰੋਜ਼ ਦੀ ਕੜਾਹ ਪ੍ਰਸ਼ਾਦ ਦੀ ਦੇਗ ਲਈ ਆਪਣੇ ਹੱਥੀਂ ਚੱਕੀ ਨਾਲ ਕਣਕ ਦਾ ਸੱਜਰਾ ਆਟਾ ਪੀਂਦੇ। ਆਪ ਕਿਆ ਕਰਦੇ ਕਿ 10 ਹੀ ਪਾਤਸ਼ਾਹੀਆਂ ਨੂੰ ਕੜਾਹ ਪ੍ਰਸ਼ਾਦ ਦਾ ਭੋਗ ਲਵਾਉਣਾ ਹੈ, ਇਸ ਲਈ ਦੇਗ ਵਿੱਚ ਬੇਹਾ ਆਟਾ ਨਹੀਂ ਪਾਉਣਾ। ਫਿਰ ਇਹ ਸਾਰੀ ਸੇਵਾ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਹੌਲੀ ਹੌਲੀ ਯਤਨ ਕਰਕੇ ਨਿਮਰਤਾ ਨਾਲ ਆਪ ਜੀ ਪਾਸੋਂ ਪ੍ਰਾਪਤ ਕਰ ਲਈ ਸੀ। ਜਦੋਂ ਆਪ ਜੀ ਗੁਰਦੁਆਰਾ ਸਾਹਿਬ ਆਉਂਦੇ ਤਾਂ ਕੋਈ ਮਾਈ ਭਾਈ ਗੁਰਬਾਣੀ ਦੇ ਪਾਠ ਜਾਂ ਸਿਮਰਨ ਬਿਨਾਂ ਹੋਰ ਕੋਈ ਗੱਲ ਨਹੀਂ ਸੀ ਕਰਦਾ। ਜੇ ਕੋਈ ਹੋਰ ਗੱਲ ਕਰਦਾ ਤਾਂ ਵਾਪਸ ਕੁਟੀਆ ਵਿੱਚ ਚਲੇ ਜਾਂਦੇ। ਸੰਗਤ ਬੇਨਤੀ ਕਰਦੀ, ਜੀ ਅੱਗੋਂ ਵਾਸਤੇ ਗੱਲ ਨਹੀਂ ਕਰਾਂਗੇ, ਆਪ ਕਿਰਪਾ ਕਰਕੇ ਕਥਾ ਸੁਣਾਓ। ਤਾਂ ਆ ਕੇ ਕਥਾ ਕਰਦੇ। ਇੱਕ ਵਾਰੀ ਗੁਰਦੁਆਰਾ ਸਾਹਿਬ ਦੀ ਗੋਲਕ ਗਿਣਨ ਅਤੇ ਕੁਝ ਹੋਰ ਹਿਸਾਬ ਕਿਤਾਬ ਲਈ ਆਪ ਜੀ ਨੂੰ ਪਾਸ ਬਿਠਾ ਲਿਆ ਤਾਂ ਇਹ ਕੰਮ ਮੁੱਕਣ ਮਗਰੋਂ ਆਪ ਬਹੁਤ ਹੀ ਵੈਰਾਗ ਵਿੱਚ ਆ ਕੇ ਰੋਣ ਲੱਗ ਪਏ ਤੇ ਕਹਿਣ ਲੱਗੇ, ਫੇਰ ਕਦੇ ਸਾਨੂੰ ਇਹੋ ਜਿਹੇ ਕੰਮ ਵਾਸਤੇ ਨਾ ਕਹਿਣਾ। ਇੰਨਾ ਸਮਾਂ ਸਿਮਰਨ ਭਜਨ ਤੋਂ ਬਿਨਾਂ ਬੇਅਰਥ ਗੁਜ਼ਰਿਆ ਹੈ। ਹਰ ਸਾਲ ਕੁਝ ਸਮਾਂ ਉਚੇਚੇ ਨੇਮ ਨਾਲ ਸਿਮਰਨ ਕਰਦੇ। ਉਹਨਾਂ ਦਿਨਾਂ ਵਿੱਚ ਆਪ 8 ਪਹਿਰਾਂ ਵਿੱਚ ਕੇਵਲ 2 ਮੁੱਠਾਂ ਛੋਲਿਆਂ ਦੇ ਭੁੱਜੇ ਦਾਣੇ ਅਤੇ 1 ਸੇਰ ਪਾਣੀ ਪੀ ਕੇ 23 ਘੰਟੇ ਸਿਮਰਨ ਕਰਦੇ ਅਤੇ ਰਾਤ ਨੂੰ 12 ਵਜੇ ਤੋਂ 1 ਵਜੇ ਤੱਕ ਹੀ ਵਿਰਾਜਦੇ। ਮਗਰੋਂ ਇਹ ਵੀ ਕਹਿੰਦੇ ਕਿ ਕੁਦਰਤ ਦਾ ਕਾਨੂੰਨ ਹੈ ਕਿ ਨੀਂਦ ਜ਼ਰੂਰ ਲੈਣੀ ਹੈ ਤਾਂ ਇੰਨਾ ਸਮਾਂ ਸੌਣਾ ਪੈਂਦਾ ਹੈ। ਪਰ ਇੰਨੇ ਸਮੇਂ ਬਾਰੇ ਵੀ ਚਿੱਤ ਵਿੱਚ ਖਿਆਲ ਕਰਦੇ ਹਾਂ ਕਿ ਜਿਵੇਂ ਕੋਈ 23 ਘੰਟੇ ਪਾਣੀ ਨੂੰ ਬੰਨ੍ਹ ਲਾਈ ਰੱਖੇ ਅਤੇ 1 ਘੰਟਾ ਵਿੱਚੋਂ ਪਾਣੀ ਰੁੜ ਜਾਵੇ ਤਾਂ ਕਾਫੀ ਪਾਣੀ ਨਿਕਲ ਜਾਂਦਾ ਹੈ। ਇਉਂ ਉਹ 1 ਘੰਟਾ ਵੀ ਸਿਮਰਨ ਤੋਂ ਵਾਂਝਾ ਨਹੀਂ ਸੀ ਜਾਣ ਦੇਣਾ ਚਾਹੁੰਦੇ। ਆਪ ਜੀ ਦਾ ਐਸਾ ਪਵਿੱਤਰ ਸੁਭਾਅ ਹੀ ਬਣ ਚੁੱਕਾ ਸੀ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਕਿਸੇ ਨਾਲ ਵੀ ਬਹੁਤੀ ਗੱਲਬਾਤ ਨਹੀਂ ਸਨ ਕਰਦੇ। ਗੁਰਬਾਣੀ ਦੀ ਪੰਕਤੀ ਪੜ੍ਹਿਆ ਕਰਦੇ। ਗਾਲੀ ਅਲਪ ਲਾਲੀਆ, ਕੰਮ ਨ ਆਵਹਿ ਮਿੱਤ। ਸੋ ਉਹਨਾਂ ਦਾ ਜੀਵਨ ਸੇਵਾ, ਸਿਮਰਨ, ਕਥਾ, ਕੀਰਤਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਤੇ ਦ੍ਰਿੜ ਨਿਸ਼ਚਾ, ਭਰੋਸਾ ਤੇ ਨਾਮ ਰੰਗ ਵਿੱਚ ਰੰਗਿਆ ਹੋਇਆ ਸੀ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਹੁਣ ਵੈਰਾਗ ਅਵਸਥਾ। ਜੈਸਾ ਕਿ ਇੱਕ ਵਾਰੀ ਦੀਪਮਾਲਾ ਦੀ ਰਾਤ ਸੀ, ਪ੍ਰੇਮੀਆਂ ਨੇ ਬਹੁਤ ਸਾਰੇ ਦੀਵੇ ਜਗਾਏ। ਆਪ ਜੀ ਨੂੰ ਕੁਝ ਸਿੰਘਾਂ ਨੇ ਜਾ ਕੇ ਬੇਨਤੀ ਕੀਤੀ ਕਿ ਬਾਬਾ ਜੀ ਬਾਹਰ ਨਿਕਲ ਕੇ ਆਪ ਇੱਕ ਵਾਰੀ ਵੇਖੋ, ਕਿਆ ਸੋਹਣੀ ਦੀਪਮਾਲਾ ਜਗ ਰਹੀ ਹੈ। ਤਾਂ ਸੰਤ ਕਹਿਣ ਲੱਗੇ, ਗੁਰਮੁਖੋ ਬੜਾ ਚੰਗਾ ਕੀਤਾ ਜੇ, ਦੀਵੇ ਵਾਲੇ ਹਨ, ਪਰ ਇਹ ਦੀਵੇ ਤੇਲ ਮੁੱਕਣ ਤੋਂ ਜਾਂ ਹਵਾ ਦੇ ਤੇਜ਼ ਚੱਲਣ ਨਾਲ ਝੱਟ ਹੀ ਬੁਝ ਜਾਣ ਵਾਲੇ ਹਨ। ਇਹਨਾਂ ਨੂੰ ਅਸੀਂ ਕੀ ਤੱਕਣਾ ਹੈ। ਸਾਡੇ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਗੁਰੂ ਕੇ ਸ਼ਬਦ ਦਾ ਦੀਵਾ ਹਿਰਦੇ ਵਿੱਚ ਬਾਲ ਦਿੱਤਾ ਹੈ, ਜਿਹੜਾ ਕਦੇ ਡੋਲਣ ਜਾਂ ਬੁਝਣ ਵਾਲਾ ਨਹੀਂ ਤੇ ਸਦਾ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਯਥਾ ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਓ ਅੰਧਕਾਰ ਤਿਹ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਤਥਾ ਡੋਲੇ ਵਾਓ ਨਾ ਵੱਡਾ ਹੋਏ, ਜਾਪੈ ਜਿਉ ਸਿੰਘਾਸਣ ਲੋਏ। ਅਸੀਂ ਅੱਗੇ ਦੀਵੇ ਦੇ ਚਾਨਣੇ ਵਾਹਿਗੁਰੂ ਦੇ ਸਰੂਪ ਦਾ ਅਨੁਭਵ ਕਰ ਰਹੇ ਹਾਂ। ਸਤਿਗੁਰਾਂ ਦੇ ਦਰਸ਼ਨ ਹਿਰਦੇ ਵਿੱਚ ਹੀ ਕਰ ਰਹੇ ਹਾਂ। ਅਸੀਂ ਤਾਂ ਕਈ ਸਾਲਾਂ ਤੋਂ ਪ੍ਰੇਮੀਓ ਇਸ ਕੋਠੇ ਦੀ ਛੱਤ ਵੱਲ ਵੀ ਨਹੀਂ ਤੱਕਿਆ, ਕਦੇ ਚੰਦਰਮਾ ਸੂਰਜ ਤਾਰੇ ਤੱਕ ਵੀ ਨਹੀਂ ਦੇਖੇ। ਇਹਨਾਂ ਬਾਹਰਲਿਆਂ ਦੀਵਿਆਂ ਨੂੰ ਕੀ ਵੇਖਣਾ ਹੈ। ਸਾਨੂੰ ਹਿਰਦੇ ਵਿੱਚ ਕੋਟ ਸੂਰ ਨਾਨਕ ਪ੍ਰਗਾਸ ਕਰਨ ਵਾਲੇ ਸ਼ਬਦ ਵਿੱਚ ਹੀ ਸੁਰਤ ਜੋੜਨ ਦਿਓ। ਇਉਂ ਕਹਿ ਕੇ ਚੁੱਪ ਰਹੇ, ਬਾਹਰ ਨਹੀਂ ਤੱਕਿਆ। ਇੱਥੇ ਗੁਰਦੁਆਰੇ ਸਾਹਿਬ ਵਿਖੇ ਸ੍ਰੀ ਅਖੰਡ ਪਾਠ, ਸਪਤਾਹਿਕ ਪਾਠ, ਸਹਿਜ ਪਾਠ, ਕਥਾ ਕੀਰਤਨ ਦਾ ਪ੍ਰਵਾਹ ਨਿਤ ਚੱਲਦਾ ਰਹਿੰਦਾ। ਆਪ ਜੀ ਨੇ ਸੱਚਖੰਡ ਜਾਣ ਤੋਂ ਪਹਿਲਾਂ ਆਪਣੇ ਵਿਦਿਆਰਥੀਆਂ ਵਿੱਚੋਂ 5 ਕਕਾਰਾਂ ਦੀ ਰਹਿਤ ਵਿੱਚ ਤਿਆਰ ਫੁਰ ਤਿਆਰ, ਗੁਰਮਤਿ ਵਿਦਿਆ ਵਿੱਚ ਨਿਪੁੰਨ, ਜਤੀ ਤਪੀ ਵੈਰਾਗੀ ਸੰਤ ਸੁੰਦਰ ਸਿੰਘ ਜੀ ਨੂੰ ਆਪਣੇ ਤੋਂ ਅੱਗੇ ਟਕਸਾਲ ਨੂੰ ਚਲਾਉਣ ਦਾ ਸਿਰੋਂ ਪਾਓ ਬਖਸ਼ਿਆ ਅਤੇ ਦੇਸ਼ ਭਰ ਵਿੱਚ ਵਿਚਰ ਕੇ ਪ੍ਰਚਾਰ ਕਰਨ ਦਾ ਹੁਕਮ ਦਿੱਤਾ। ਹੁਣ ਸੱਚਖੰਡ ਪਿਆਨਾ ਡਾਕਟਰ ਦਰਸ਼ਨ ਨਾਲ ਹੀ ਆਇਆ। ਉਸ ਨੂੰ ਨਬਜ਼ ਦਿਖਾਈ। ਉਹ ਕਹਿਣ ਲੱਗਾ, ਜੀ ਆਪ ਪੂਰਨ ਅਰੋਗ ਹੋ, ਬੱਚਿਆਂ ਵਰਗੀ ਨਬਜ਼ ਚੱਲ ਰਹੀ ਹੈ। ਤਾਂ ਸੰਤਾਂ ਕਿਹਾ, ਇਸੇ ਵਾਸਤੇ ਭਜਨ ਸਿਮਰਨ ਕਰੀਦਾ ਹੈ ਕਿ ਅੰਤਲੇ ਸਮੇਂ ਸੁਰਤ ਸ਼ਬਦ ਵਿੱਚ ਜੁੜੀ ਰਹੇ, ਕੋਈ ਖੇਦ ਨਾ ਹੋਵੇ। ਉਸੇ ਦਿਨ ਸ੍ਰੀ ਅਖੰਡ ਪਾਠ ਆਰੰਭ ਕਰਵਾ ਕੇ ਸਾਰੇ ਸਰੀਰ ਨੂੰ ਸੋਧ ਕੇ ਇੰਦਰੇ ਦਮਨ, ਮਨ ਇਕਾਗਰ, ਸੁਰਤ ਸ਼ਬਦ ਵਿੱਚ ਜੋੜ ਕੇ ਇੱਕ ਰਸ ਸਾਰਾ ਅਖੰਡ ਪਾਠ ਬਿਨਾਂ ਆਲਸ ਤੇ ਹੋਰ ਕਿਰਿਆ ਤੋਂ ਸੁਣ ਕੇ ਭੋਗ ਪੈਂਦਿਆਂ ਸਾਰ ਹੀ ਸਭ ਸੰਗਤ ਨੂੰ ਫਤਿਹ ਗਜਾ ਕੇ 1962 ਬਿਕਰਮੀ 15 ਮਾਘ ਦਿਨ ਬੁੱਧਵਾਰ ਨੂੰ 53 ਸਾਲ ਦੀ ਉਮਰ ਭੋਗ ਕੇ ਸੱਚਖੰਡ ਨੂੰ ਪਿਆਨਾ ਕੀਤਾ। ਸੇਵਕ ਕੀ ਓੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਸੇਵਿਓ, ਆਪਣਾ ਚਲਤੇ ਰਾਖਿਓ ਚੀਤ। ਬੇਅੰਤ ਸੰਗਤਾਂ ਵੈਰਾਗ ਵਿੱਚ ਜੁੜੀਆਂ। ਦੁਸਹਿਰੇ ਤੱਕ ਬੇਅੰਤ ਅਖੰਡ ਪਾਠ, ਅਤੁੱਟ ਲੰਗਰ, ਕਥਾ ਕੀਰਤਨ ਦਾ ਪ੍ਰਵਾਹ ਚੱਲਿਆ। ਸੰਤ ਗਿਆਨੀ ਸੁੰਦਰ ਸਿੰਘ ਜੀ ਨੇ ਉਸੇ ਦਿਨ ਤੋਂ ਹੀ ਵਿਦਿਆਰਥੀਆਂ ਨਾਲ ਲੈ ਕੇ ਅੱਗੇ ਤੋਂ ਕਥਾ ਕੀਰਤਨ, ਸਿਮਰਨ, ਭਜਨ, ਸਿੰਘਾਂ ਦੀ ਪੜ੍ਹਾਈ ਸ਼ੁਰੂ ਕਰਕੇ ਜਥਾ ਫੇਰਨਾ ਆਰੰਭਿਆ। ਬੀਰਾ ਬੀਰਾ ਕਰ ਰਹੀ, ਬੀਰ ਭਈ ਬੈਰਾਏ, ਬੀਰ ਚੱਲੇ ਕਰ ਆਪਣੇ, ਬਹਿਣ ਬਿਰਹੈ ਜਲ ਜਾਏ। ਬਾਬੁਲ ਕੈ ਘਰ ਬੇਟੜੀ,
ਬਾਲੀ ਬਾਲੈ ਨੇਹ, ਜੇ ਲੋੜ ਹੈ ਵਰ ਕਾਮਣੀ, ਸਤਿਗੁਰ ਸੇਵਹਿ ਤੇ। ਬਿਰਲੋ ਗਿਆਨੀ ਬੂਝਣੋ, ਸਤਿਗੁਰ ਸਾਚ ਮਿਲੇ। ਠਾਕੁਰ ਹਾਥ ਵਡਾਈਆ, ਜੈ ਭਾਵੈ ਤੈ ਦੇ। ਬਾਣੀ ਬਿਰਲੋ ਵਿਚਾਰਸੇ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੇ, ਨਿਜ ਘਰ ਵਾਸਾ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਇਹ ਪ੍ਰਸੰਗ ਅੱਜ ਇੱਥੇ ਹੀ ਖਤਮ। ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।